ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ 14ਵੀਂ ਅਸ਼ਟਪਦੀ ਤੇ ਪਦ ਪੰਜਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਆਪਾਂ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਵੀ ਇੰਨਾ ਸਿਆਣਾ ਵਿਅਕਤੀ ਨਹੀਂ, ਕੋਈ ਵੀ ਇੰਨਾ ਅਕਲਮੰਦ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। ਹਰ ਅਸ਼ਟਪਦੀ ਦੇ ਵਿੱਚ ਤਕਰੀਬਨ 1,000 ਅੱਖਰ ਸਮੇਂ ਨੂੰ ਇਨਸਾਨ ਦੇ ਨਾਲ ਜੋੜਿਆ ਹੈ। 24,000 ਸਵਾਸ ਪ੍ਰਾਣੀ ਨੂੰ 24 ਘੰਟਿਆਂ ਦੇ ਵਿੱਚ ਆਉਂਦੇ ਹਨ। ਹਰ ਸਵਾਸ ਪ੍ਰਭੂ ਦੀ ਬਖਸ਼ਿਸ਼ ਹੈ। ਪ੍ਰਭੂ ਮਿਹਰ ਕਰਦਾ ਹੈ। ਇੱਕ ਸਵਾਸ ਵੀ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਨਾਂ ਰਹੇ ਜਿਹਦੇ ਉੱਤੇ ਤੂੰ ਵਾਹਿਗੁਰੂ ਦਾ ਨਾਮ ਨਾ ਲਿਖੇ। ਨਾ ਆਚਾਰੇ ਜਦੋਂ ਤੈਨੂੰ ਸਵਾਸ ਅੰਦਰ ਆਉਂਦਾ ਹੈ ਵਾਹਿਗੁਰੂ, ਬਾਹਰ ਨਿਕਲਦਾ ਹੈ ਸਵਾਸ ਵਾਹਿਗੁਰੂ। ਸਵਾਸ ਤੇਰੀ ਬਖਸ਼ਿਸ਼ ਹੈ ਦਾਤੇ ਵੱਲੋਂ, ਅਰਾਧਨਾ ਤੇਰੀ ਸੇਵਾ ਹੈ ਦਾਤੇ ਦੇ ਲਈ, ਦਤਾਰ ਦੇ ਲਈ। ਕਿਉਂਕਿ ਸਮਾਂ ਵੀ ਬਦਲਦਾ ਹੈ, ਪ੍ਰਾਣੀ ਵੀ ਬਦਲਦਾ ਹੈ, ਦੋਨੇ ਹੀ ਬਦਲਦੇ ਹਨ ਤੇ ਬਾਣੀ ਤੇ ਪ੍ਰਭੂ ਨਹੀਂ ਬਦਲਦਾ। ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਹਮੇਸ਼ਾ ਦੇ ਲਈ ਸਦੀਵੀ ਹੈ, ਅਕਾਲ ਹੈ, ਕਦੇ ਵੀ ਬਦਲਣ ਵਾਲੀ ਨਹੀਂ ਹੈ। ਪ੍ਰਾਣੀ ਬਦਲਦਾ ਹੈ, ਸਮਾਂ ਬਦਲਦਾ ਹੈ, ਬਦਲਣ ਵਾਲੀ ਹਰ ਸ਼ੈ ਇਸ ਧਰਤੀ ਉੱਤੇ ਟੈਂਪਰੇਰੀ ਤੌਰ 'ਤੇ ਹੈ, ਆਰਜੀ ਤੌਰ 'ਤੇ ਹੈ। ਜੋ ਪਰਮਾਨੈਂਟ ਹੈ ਪ੍ਰਭੂ ਅਕਾਲ ਪੁਰਖ, ਉਹ ਬਦਲਦਾ ਨਹੀਂ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇੱਕ ਪਾਸੇ ਸੱਚ ਹੈ, ਦੂਸਰੇ ਪਾਸੇ ਝੂਠ ਹੈ। ਸੱਚੇ ਪਾਤਸ਼ਾਹ ਮਿਹਰ ਕਰਕੇ ਆਪਣੇ ਪਿਆਰੇ ਸਿੱਖ ਦੇ ਦਿਮਾਗ ਦੇ ਵਿੱਚ ਇਹ ਪਾਉਣਾ ਚਾਹੁੰਦੇ ਹਨ ਕਿ ਪ੍ਰਾਣੀ, ਜੇ ਤੂੰ ਅਕਾਲ ਬਣਨਾ ਹੈ, ਬਦਲਣ ਦੇ ਝਾਂਜਟ ਦੇ ਵਿੱਚੋਂ ਨਿਕਲਣਾ ਹੈ, ਸਦੀਵੀ ਪ੍ਰਭੂ ਦਾ ਰੂਪ ਬਣਨਾ ਹੈ, ਤਾਂ ਉਹਦਾ ਧੰਨਵਾਦ ਕਰ, ਉਹਦਾ ਗੀਤ ਗਾ, ਉਹਦੇ ਸ਼ਬਦ ਦਾ ਵਿਚਾਰ ਕਰ। ਵਿਚਾਰ ਕਰਕੇ ਆਪਣੇ ਆਪ ਨੂੰ ਉਹਦੇ ਚਰਨਾਂ ਦਾ ਸੇਵਕ ਬਣਾ ਕੇ ਢਾਲ ਲੈ, ਬਦਲ ਲੈ। ਆਰਜੀ ਤੋਂ ਸਥਾਈ ਤੱਕ ਪਹੁੰਚਣ ਦੇ ਲਈ ਤੈਨੂੰ ਗੁਰੂ ਦੇ ਨਾਮ ਦੀ ਲੋੜ ਹੈ, ਸਾਧਨਾ ਅਰਾਧਨਾ ਦੀ ਲੋੜ ਹੈ। ਤੈਨੂੰ ਸਵਾਸ ਉਹ ਦਿੰਦਾ ਹੈ, ਸਰੀਰ ਉਹਨੇ ਬਖਸ਼ਿਆ ਹੈ, ਆਤਮਾ ਉਹਨੇ ਬਣਾਈ ਹੈ। ਤੇਰਾ ਕੁਝ ਵੀ ਨਹੀਂ ਪ੍ਰਾਣੀ, ਤੂੰ ਜਿੱਦ ਕਾਹਦੀ ਕਰਦਾ? ਤੇਰੇ ਜਿੱਦ ਕਰਨ ਦਾ ਲਾਭ ਕੀ ਹੈ? ਤੇਰੀ ਜਿੱਦ ਤੈਨੂੰ ਕੀ ਲੈ ਦੇਵੇਗੀ? ਤੂੰ ਆਪਣੀ ਹਾਰ ਮੰਨ ਲੈ। ਜਿਹੜੀ ਜਿੱਤ ਤੂੰ ਕਹਿੰਦਾ ਤੂੰ ਸਕਸੈਸ ਹੋ ਗਿਆ, ਤੂੰ ਪਰਵਾਹ ਨਹੀਂ ਕਰਦਾ, ਤੈਨੂੰ ਲੋੜ ਨਹੀਂ ਹੈ, ਇਹ ਸਿਰਫ ਤੇਰਾ ਧਰਵਾਸਾ ਹੈ।
ਆਪਣੇ ਆਪ ਨੂੰ ਯਕੀਨ ਦਿਵਾਉਣ ਦਾ ਇੱਕ ਝੂਠਾ ਧਰਵਾਸਾ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਵਾਹਿਗੁਰੂ ਦਾ ਵਿਰਾਟ ਰੂਪ, ਸੂਖਮ ਰੂਪ, ਅਸਤੂਲ ਰੂਪ, ਬੇਅੰਤ ਰੂਪ, ਅਨੇਕ ਰੂਪ, ਸਾਰੇ ਰੂਪ ਸਾਨੂੰ ਸਮਝਾਏ ਹਨ। ਪ੍ਰਾਣੀ ਦਾ ਅਵੇਸਲਾਪਣ, ਚੁਗਲੀ ਨਿੰਦਿਆ ਕਰਨ ਦਾ ਤਰੀਕਾ, ਉਹਦੇ ਭਗਤਾਂ ਨੂੰ ਜਲੀਲ ਕਰਨ ਦਾ ਇੱਕ ਜ਼ਰੀਆ, ਸੱਚੇ ਪਾਤਸ਼ਾਹ ਨੇ ਉਹਨਾਂ ਮਨਮੁਖਾਂ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਉਹਨਾਂ ਦੀ ਢੁਕਵੀਂ ਜਗ੍ਹਾ ਦਿਖਾਈ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਹਨੂੰ ਚਿੱਤ ਦੇ ਵਿੱਚ ਉਹ ਆ ਜਾਂਦਾ ਹੈ, ਜਿਹੜਾ ਦੁਨੀਆ ਨਾਲੋਂ ਤੋੜ ਕੇ ਉਹਦੇ ਨਾਲ ਪਾ ਲੈਂਦਾ ਹੈ ਪਿਆਰ, ਉਹ ਹਿੱਲਦਾ ਨਹੀਂ, ਡੁੱਲਦਾ ਨਹੀਂ। ਕਿਸ਼ਤੀ ਲੱਦੀ ਹੋਵੇ ਭਾਰ ਦੀ, ਡੁੱਬ ਜਾਂਦੀ ਹੈ। ਜੇ ਇਨਸਾਨ ਚੁਗਲੀ ਨਿੰਦਿਆ ਦਾ ਭਰਿਆ ਹੋਇਆ, ਡੁੱਬ ਜਾਂਦਾ ਹੈ। ਪਰ ਜੇ ਪ੍ਰਭੂ ਦਾ ਨਾਮ ਜਪਦਾ ਹੈ, ਹੌਲਾ ਹੋ ਜਾਂਦਾ ਹੈ, ਤਰਦਾ ਵੀ ਨਹੀਂ, ਤੈਰਦਾ ਹੈ। ਬਿਲਕੁਲ ਉਸੇ ਤਰ੍ਹਾਂ ਤੁਸੀਂ ਸਾਰਿਆਂ ਨੇ ਵੇਖਿਆ ਹੋਵੇਗਾ ਪੰਜਾਬ ਦੇ ਨੀਲੇ ਆਕਾਸ਼ਾਂ ਨੂੰ, ਗਿਰਜਾਂ ਤੇ ਇੱਲਾਂ। ਇੱਕ ਜਾਨਵਰ ਹੈ ਜਿਹੜਾ ਬਹੁਤ ਉੱਚਾ ਉੱਡਦਾ ਹੈ, ਪ੍ਰਭੂ ਨੇ ਬਖਸ਼ਿਸ਼ ਕੀਤੀ ਹੈ। ਖੰਭ ਲੰਬੇ ਲੰਬੇ ਜਹਾਜ਼ ਦੀ ਤਰ੍ਹਾਂ ਮਨੁੱਖ ਨੇ ਨਕਲ ਮਾਰੀ ਹੈ ਜਹਾਜ਼ ਬਣਾਉਣ ਲਈ ਉਹਨਾਂ ਵੱਡੇ ਵੱਡੇ ਪਰਿੰਦਿਆਂ ਦੇ ਉੜਨ ਦੀ ਵਿਧੀ ਤੋਂ। ਗੱਲ ਆਪਾਂ ਕਰ ਰਹੇ ਹਾਂ ਤਰਨ ਦੀ ਨਹੀਂ ਕਰ ਰਹੇ, ਤੈਰਨ ਦੀ ਕਰ ਰਹੇ ਹਾਂ। ਤਰਨਾ ਬੰਦੇ ਨੂੰ ਹੱਥ ਪੈਰ ਮਾਰਨੇ ਪੈਂਦੇ ਆ, ਜ਼ੋਰ ਲਾਉਣਾ ਪੈਂਦਾ। ਤੈਰਨਾ ਗਿਰਜ ਬਾਜ ਦੀ ਤਰ੍ਹਾਂ, ਇੱਲਾਂ ਦੀ ਤਰ੍ਹਾਂ ਹਵਾ ਦੇ ਵਿੱਚ ਖੰਭ ਖਿਲਾਰ ਲੈਣੇ ਨੇ ਤੇ ਜ਼ੋਰ ਲਾਉਣ ਦੀ ਲੋੜ ਨਹੀਂ, ਕਿਉਂਕਿ ਉਹਦੀ ਕਿਰਪਾ ਦੇ ਨਾਲ ਅਭਿਆਸ ਇੰਨਾ ਹੋ ਚੁੱਕਿਆ ਕਿ ਖੰਭ ਹੈ ਜਿਹੜੇ ਹਵਾ ਦਾ ਸਹਾਰਾ ਲੈ ਕੇ ਤੈਰਨਾ ਸਿੱਖ ਗਏ। ਇਸੇ ਤਰ੍ਹਾਂ ਪ੍ਰਾਣੀ ਆਪਣੀ ਮੋਕਸ਼ ਦੀ ਮੈਡੀਸਨ, ਦਵਾਈ, ਸਵਰਗ ਦੀ ਦਵਾਈ ਨਾਮ ਸਿਮਰ ਦੇ ਨਾਲ ਪ੍ਰਾਪਤ ਕਰਦਾ ਹੈ। ਫਿਰ ਉਹ ਤੈਰਦਾ ਹੈ ਮਹਾਨੰਦ ਦੇ ਵਿੱਚ। ਪ੍ਰਭੂ ਦੀ ਬਖਸ਼ਿਸ਼ ਦੇ ਨਾਲ, ਆਪਣੇ ਅਭਿਆਸ ਦੇ ਨਾਲ ਪ੍ਰਾਣੀ ਇਸ ਮਾਇਆ ਦੇ ਉੱਤੇ ਤੈਰਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹਨੂੰ ਉਹ ਚਿੱਤ ਆ ਜਾਂਦਾ ਹੈ, ਉਹ ਸਿਮਰਦਾ ਹੈ ਸੁਆਮੀ ਨੂੰ ਆਪਣੇ ਹਿਰਦੇ ਦੇ ਵਿੱਚ, ਤੇ ਉਹ ਇੱਕ ਸਾਧੂ ਸੰਤ ਮਹਾਂਪੁਰਸ਼ ਸੋਹਣਾ ਸੁਖਾਲਾ ਜੀਵਨ ਪ੍ਰਾਪਤ ਕਰ ਲੈਂਦਾ ਹੈ। ਠੋਡੇ ਨਹੀਂ ਖਾਂਦਾ, ਡਿੱਗਦਾ ਨਹੀਂ ਹੈ, ਢਹਿਦਾ ਨਹੀਂ ਹੈ। ਬਿਲਕੁਲ ਉਸ ਇੱਲ ਦੀ ਤਰ੍ਹਾਂ ਤੈਰਦਾ ਹੈ, ਜ਼ਿੰਦਗੀ ਨੂੰ ਹੰਢਾਉਂਦਾ ਹੈ ਆਨੰਦ ਦੇ ਨਾਲ, ਮਹਾਂ ਆਨੰਦ ਦੇ ਨਾਲ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕਹੋ ਕਿਸ ਤੇ ਡਰੇ।
ਜਿਹਦੇ ਉੱਤੇ ਉਹ ਮਿਹਰ ਕਰਦਾ ਹੈ ਉਹ ਆਪਣਾ ਬਣਾ ਲੈਂਦਾ ਹੈ। ਅਸੀਂ ਦੁਨੀਆ ਦੇ ਵਿੱਚ ਹਰ ਰੋਜ਼ ਲੋਕਾਂ ਨੂੰ ਮਿਲਦੇ ਹਾਂ। ਇੱਕ ਵਾਰ ਚਿਹਰਾ ਦੇਖਣ ਦੇ ਨਾਲ ਮਨ ਦਾ ਜਿਹੜਾ ਸੈਂਸਰ ਹੈ, ਅੰਦਰ ਲੱਗਿਆ ਹੋਇਆ ਯੰਤਰ ਹੈ, ਉਸ ਪ੍ਰਾਣੀ ਦਾ ਸਾਰਾ ਨਿਚੋੜ ਕੱਢ ਲੈਂਦਾ ਹੈ, ਜਿਵੇਂ ਐਕਸਰੇ ਕੱਢਦਾ ਕਿ ਕਿਸ ਤਰ੍ਹਾਂ ਦਾ ਪ੍ਰਾਣੀ ਹੋਵੇਗਾ। ਦਿਮਾਗ ਨੂੰ ਸੁਨੇਹਾ ਭੇਜ ਦਿੰਦਾ ਹੈ ਕਿ ਤੂੰ ਇਹ ਤੋਂ ਬਚ ਜਾ, ਜਾਂ ਇਹ ਇੱਕ ਚੰਗਾ ਮਿੱਤਰ ਸਿੱਧ ਹੋਵੇਗਾ। ਇਹ ਵੱਖਰੀ ਗੱਲ ਹੈ ਕਿ ਮਨ ਸੋਚ ਦੇ ਵਿੱਚ ਪੈ ਕੇ ਹਾਲਾਤਾਂ ਨੂੰ ਦੇਖ ਕੇ ਜ਼ਿਆਦਾਤਰ ਗਲਤ ਫੈਸਲਾ ਹੀ ਕਰ ਦਿੰਦਾ ਹੈ ਤੇ ਬਾਅਦ ਦੇ ਵਿੱਚ ਆਤਮਾ ਦੀ ਕਹੀ ਹੋਈ ਗੱਲ ਉੱਤੇ ਪਛਤਾਉਂਦਾ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਜਿਹਦੇ ਉੱਤੇ ਉਹ ਕਿਰਪਾ ਕਰਦਾ ਹੈ ਉਹਨੂੰ ਆਪਣਾ ਬਣਾ ਲੈਂਦਾ ਹੈ। ਫਿਰ ਉਹਨੂੰ ਦੁਨੀਆ ਤੋਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਉਹ ਆਜ਼ਾਦ ਹੈ। ਦਾਤੇ ਦੀ ਮਿਹਰ ਦੇ ਥੱਲੇ ਖੌਫ ਤੋਂ ਬਿਨਾਂ ਹੈ, ਭੈ ਤੋਂ ਬਿਨਾਂ ਹੈ। ਜਦੋਂ ਦੁਨਿਆਵੀ ਜੀਵਨ ਦੇ ਵਿੱਚ ਕਿਸੇ ਦੀ ਮਿੱਤਰਤਾ ਕਿਸੇ ਵੱਡੇ ਬੰਦੇ ਨਾਲ ਪੈ ਜਾਂਦੀ ਹੈ, ਜਿਹਦੇ ਕੋਲ ਪਾਵਰ ਹੋਵੇ, ਸ਼ਕਤੀ ਹੋਵੇ, ਸਿਆਸੀ ਸੂਝ-ਬੂਝ ਨਾਲ ਬੰਦਾ ਬੁਲੰਦੀਆਂ 'ਤੇ ਪਹੁੰਚਿਆ ਹੋਵੇ, ਤਾਂ ਇੱਕ ਸਧਾਰਨ ਵਿਅਕਤੀ ਦਾ ਡਰ ਚੁੱਕਿਆ ਜਾਂਦਾ ਹੈ ਕਿ ਹੁਣ ਤਾਂ ਮੇਰੀ ਮਿੱਤਰਤਾ ਵੱਡੇ ਨੇਤਾ ਦੇ ਨਾਲ ਹੈ, ਮੈਨੂੰ ਡਰ ਕਾਹਦਾ? ਕਿਉਂਕਿ ਨੇਤਾ ਨੇ ਆਪਣੇ ਮਫਾਦ ਦੇ ਲਈ ਉਹਨੂੰ ਚੁਣ ਲਿਆ, ਪ੍ਰਾਣੀ ਨੇ ਆਪਣੀਆਂ ਲੋੜਾਂ ਦੇ ਲਈ ਉਹਨੂੰ ਸਤਿਕਾਰ ਦਿੱਤਾ। ਦੋਨਾਂ ਦੀ ਮੀਚਾ ਮਿਲ ਗਈ ਤੇ ਭੈ ਖਤਮ ਹੋ ਗਿਆ। ਇਹ ਦੁਨਿਆਵੀ ਖੇਡ ਹੈ, ਇੱਕ ਦੁਨੀਆ ਦੇ ਨੇਤਾ ਦੀ ਗੱਲ ਹੈ। ਪਰ ਜਦੋਂ ਸੰਸਾਰ ਦੇ ਨੇਤਾਵਾਂ ਦਾ ਨੇਤਾ, ਵੱਡਾ ਪ੍ਰਭੂ, ਪਾਤਸ਼ਾਹਾਂ ਦਾ ਪਾਤਸ਼ਾਹ ਮਿਹਰ ਕਰ ਦਿੰਦਾ ਕਿਸੇ ਉੱਤੇ ਆਪਣੀ, ਫਿਰ ਉਹ ਫੀਅਰਲੈਸ, ਡਰ ਤੋਂ ਰਹਿਤ, ਐਨਮੀਲੈਸ, ਕਿਸੇ ਦੁਸ਼ਮਣ ਤੋਂ ਰਹਿਤ ਬਣ ਜਾਂਦਾ ਹੈ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸਾਰੇ ਗੱਲਾਂ ਕਰਦੇ ਹਾਂ ਕਿ ਸੁਆਮੀ ਕਿਸ ਤਰ੍ਹਾਂ ਦਾ ਹੋਵੇਗਾ। ਅਸੀਂ ਦੁਨੀਆ ਦੇ ਵਿੱਚ ਚੰਗੇ ਚੰਗੇ ਪੁਰਸ਼ਾਂ ਨੂੰ ਮਿਲਦੇ ਹਾਂ, ਮਾੜਿਆਂ ਤੋਂ ਮਾੜਿਆਂ ਨੂੰ ਮਿਲਦੇ ਹਾਂ, ਫਿਰ ਚੰਗੇ ਮਾੜੇ ਨੂੰ ਪਰਖਦੇ ਹਾਂ। ਇਹੀ ਨਿਰਣਾ ਅਸੀਂ ਪ੍ਰਭੂ ਬਾਰੇ ਵੀ ਲੈਂਦੇ ਹਾਂ। ਦੇਵੀ ਦੇਵਤਿਆਂ, ਰਾਖਸ਼ਾਂ ਦਾ ਮੁਕਾਬਲਾ ਕਰਦੇ ਹਾਂ, ਉਹਦੇ ਵਿੱਚੋਂ ਵੀ ਚੰਗਾ ਮਾੜਾ ਲੱਭਦੇ ਹਾਂ। ਇਸੇ ਤਰ੍ਹਾਂ ਸੋਚ ਕੇ ਫਿਰ ਪ੍ਰਭੂ ਬਾਰੇ ਫੈਸਲਾ ਕਰਦੇ ਹਾਂ ਕਿ ਉਹ ਚੰਗਾ ਹੀ ਹੈ, ਚੰਗਾ ਹੀ ਹੈ, ਕਿਉਂਕਿ ਉਹਦਾ ਮੁਕਾਬਲਾ ਕਿਸੇ ਦੇ ਨਾਲ ਹੋ ਹੀ ਨਹੀਂ ਸਕਦਾ। ਜਿਸ ਤਰ੍ਹਾਂ ਦਾ ਸੋਚਿਆ ਸੀ ਉਸ ਤਰ੍ਹਾਂ ਦਾ ਹੀ ਲੱਭਿਆ ਹੈ। ਜਿਸ ਤਰ੍ਹਾਂ ਦਾ ਉਹਨੂੰ ਕਲਪਨਾ ਕੀਤੀ ਸੀ ਉਦੋਂ ਵੀ ਵਧੀਆ ਪ੍ਰਾਪਤ ਹੋਇਆ ਹੈ। ਉਹਦੀ ਸਿਫਤ, ਉਹਦੀ ਸਲਾਹ ਕਿ ਆਪਣਾ ਜਿਹੜਾ ਉਹਨੇ ਕਾਰਜ ਬਣਾਇਆ ਹੋਇਆ ਹੈ ਦੁਨੀਆ ਨੂੰ ਅਪਾਉਣ ਦਾ, ਦੁਨੀਆ ਨੂੰ ਬਣਾਉਣ ਦਾ, ਉਹਦੇ ਵਿੱਚ ਸਮੋਇਆ ਹੋਇਆ ਹੈ।
ਹਰ ਕਿਸੇ ਦੇ ਵਿੱਚ ਬੈਠਾ ਹਾਜ਼ਰ ਨਾਜ਼ਰ, ਹਰ ਕਿਸੇ ਨੂੰ ਦੇਖ ਰਿਹਾ, ਆਪ ਨਜ਼ਰ ਨਹੀਂ ਆ ਰਿਹਾ। ਸੋਧਤ 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 ਸੀਜਿਆ, ਗੁਰ ਪ੍ਰਸਾਦ ਤਤ ਸਭ ਬੂਝਿਆ। ਲੱਭਦਾ ਰਿਹਾ ਲੱਭਦਾ ਰਿਹਾ ਲੱਭਦਾ ਰਿਹਾ, ਭਾਲਦਾ 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 ਅੰਤ ਨੂੰ ਕਾਮਯਾਬ ਹੋ ਗਿਆ, ਮਿਲ ਗਿਆ। ਪਰ ਉਸ ਤਰ੍ਹਾਂ ਨਹੀਂ, ਕਿਉਂਕਿ ਉਹ ਬਾਰੀ ਹੈ ਹੀ ਨਹੀਂ ਸੀ। ਮਿਲਿਆ ਪਹਿਲਾਂ ਵੀ ਹੋਇਆ ਸੀ, ਪਹਿਚਾਣ ਹੁਣ ਆਈ। ਉਹ ਤਾਂ ਸਰੀਰ ਦੇ ਵਿੱਚ ਬਿਰਾਜਮਾਨ ਹੀ ਸੀ, ਪਰ ਲੱਭਣ ਦਾ ਤਰੀਕਾ ਗਲਤ ਸੀ। ਜਦੋਂ ਉਹਦੀ ਕਿਰਪਾ ਹੋ ਗਈ ਤਾਂ ਉਹ ਕਹਾਣੀ ਸਮਝ ਆ ਗਈ ਕਿ ਮੈਂ ਤਾਂ ਹੈ ਹੀ ਨਹੀਂ, ਉਹੀ ਹੀ ਹੈ। ਕਬੀਰ ਸਾਹਿਬ ਦੇ ਕਹਿਣ ਵਾਂਗੂ ਕਿ ਮੇਰੀ ਵੱਡੀ ਭੁੱਲ ਸੀ ਪ੍ਰਮਾਤਮਾ, ਮੈਂ ਕਰਦਾ ਰਿਹਾ। ਤੂੰ ਉਸ ਖਾਨੇ ਦੇ ਵਿੱਚ ਹੈ ਹੀ ਨਹੀਂ ਸੀ। ਜਦੋਂ ਮੈਂ ਆਪਣੀ ਮੈਂ ਨੂੰ ਬਾਹਰ ਸੁੱਟ ਦਿੱਤਾ, ਮੇਰੀ ਮੈਂ ਨੇ ਮੈਨੂੰ ਤੇਤੋਂ ਦੂਰ ਰੱਖਿਆ। ਮੈਨੂੰ ਪਛਤਾਵਾ ਹੈ, ਪਰ ਹੁਣ ਮੈਂ ਤੂੰ ਹੀ ਬੋਲਦਾ ਹਾਂ। ਮੇਰੀ ਮੈਂ ਨਸ਼ਟ ਹੋ ਚੁੱਕੀ ਹੈ, ਕਿਉਂਕਿ ਤੇਰੀ ਕਿਰਪਾ ਕਰਕੇ ਹੀ ਹੋਇਆ ਹੈ। ਮੈਂ ਤਾਂ ਪਹਿਲਾਂ ਵੀ ਬੜਾ ਜ਼ੋਰ ਲਗਾਇਆ, ਪਰ ਤੇਰੀ ਕਿਰਪਾ ਜਦੋਂ ਹੋ ਗਈ ਤਾਂ ਮੈਨੂੰ ਇਹ ਤੱਤ ਸਮਝ ਦੇ ਵਿੱਚ ਆ ਗਿਆ। ਜਬ ਦੇਖੂੰ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਜਦੋਂ ਮੈਂ ਦੇਖਦਾ ਹਾਂ ਪ੍ਰਭੂ, ਜੜ ਹੈ ਜਿਹੜੀ, ਹਰ ਕਿਸੇ ਦਾ ਜਿਹੜਾ ਬੈਲੈਂਸ ਹੈ, ਬੇਸ ਹੈ, ਉਹ ਤੂੰ ਆਪ ਹੀ ਹੈ। ਜੋ ਵੀ ਅੱਖਾਂ ਦੇ ਨਾਲ ਨਜ਼ਰ ਆਉਂਦਾ ਹੈ, ਧਰਤੀ ਦੇ ਉੱਤੇ ਜਾਂ ਆਕਾਸ਼ ਵਿੱਚ ਜਾਂ ਪਾਣੀ ਜਾਂ ਪਤਾਲ ਵਿੱਚ, ਸੱਚੇ ਪਾਤਸ਼ਾਹ ਸਾਰੇ ਪਾਸੇ ਤੂੰ ਹੀ ਫੈਲਿਆ ਹੋਇਆ, ਤੇਰਾ ਹੀ ਪਸਾਰਾ ਹੈ। ਤੇਰੇ ਪਸਾਰੇ ਨੂੰ ਸਮਝਣ ਦੇ ਲਈ ਤੇਰੀ ਮਿਹਰ ਦੀ ਜ਼ਰੂਰਤ ਹੈ, ਤੇਰੀ ਕਿਰਪਾ ਹੈ। ਜੜ ਤੂੰ ਹੀ ਹੈ ਤੇ ਸਾਰੇ ਦਾ ਸਾਰਾ ਸੰਸਾਰ ਤੇਰੀ ਜੜ ਤੋਂ ਉਪਜਿਆ ਹੈ। ਪ੍ਰੀਤਮ ਪਿਆਰੇ, ਤੂੰ ਛੋਟੇ ਤੋਂ ਛੋਟਾ ਹੈ, ਬਰੀਕ ਤੋਂ ਬਰੀਕ ਹੈ। ਜਬ ਦੇਖੂੰ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ। ਮੇਰੇ ਪ੍ਰੀਤਮਾ, ਜਦੋਂ ਮੈਂ ਦੇਖਦਾ ਹਾਂ ਜੜ ਤੂੰ ਹੀ, ਸਾਰਿਆਂ ਦਾ ਮੂਲ ਤੂੰ ਹੀ ਹੈ, ਤੇ ਤੂੰ ਹੀ ਕਿਣਕਾ ਮਾਤਰ ਛੋਟੇ ਤੋਂ ਛੋਟਾ, ਤੇ ਤੂੰ ਹੀ ਵੱਡੇ ਤੋਂ ਵੱਡਾ, ਯੂਨੀਵਰਸਿਸ ਆਫ ਯੂਨੀਵਰਸਿਸ। ਤੇਰਾ ਰੂਪ ਇੱਕ, ਫਲਾਦ ਤੇਰੇ ਅਨੇਕ, ਬੇਅੰਤ 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 ਸੁਆਮੀ। ਤੇਰੀ ਕਿਰਪਾ ਦੇ ਨਾਲ ਹੀ ਤੈਨੂੰ ਸਮਝ ਸਕਿਆ। ਮੈਂ ਤਾਂ ਪਹਿਲਾਂ ਟੱਕਰਾਂ ਹੀ ਮਾਰਦਾ ਰਿਹਾ ਪ੍ਰੀਤਮ ਪਿਆਰੇ, ਤੈਨੂੰ ਪਿਆਰ ਭਰੀਆਂ ਚਿੱਠੀਆਂ ਲਿਖਦਾ ਰਿਹਾ ਤੇ ਉੱਤੇ ਐਡਰੈਸ ਰੌਂਗ। ਮੈਨੂੰ ਤਾਂ ਮੇਰੀ ਭੇਜੀ ਹੋਈ ਡਾਕ ਵਾਪਸ ਹੀ ਮਿਲਦੀ ਰਹੀ।
ਆਪਣੀ ਬੇਸੂਝੀ ਕਰਕੇ, ਕਿਉਂਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਤੇਰਾ ਐਡਰੈਸ ਮੈਨੂੰ ਪਤਾ ਹੋਣ ਦੇ ਬਾਵਜੂਦ, ਆਈ ਨਿਊ ਯੂਅਰ ਐਡਰੈਸ, ਮੈਨੂੰ ਪਤਾ ਸੀ, ਪਰ ਫਿਰ ਵੀ ਮੈਂ ਰੌਂਗ ਐਡਰੈਸ ਜਾਂ ਬਿਨਾਂ ਐਡਰੈਸ ਤੋਂ ਚਿੱਠੀਆਂ ਮੇਲ ਕਰਦਾ ਰਿਹਾ। ਕਿੰਨਾ ਮੂਰਖ ਹਾਂ ਮੈਂ ਪ੍ਰਭੂ, ਮੈਂ ਤਾਂ ਡਾਕੀਏ ਨੂੰ ਇਹ ਉਲਾਂਭਾ ਦੇਈ ਗਿਆ। ਗਲਤੀ ਮੇਰੀ ਸੀ, ਕਸੂਰ ਮੈਂ ਉਸ ਚਿੱਠੀਆਂ ਡਿਲੀਵਰ ਕਰਨ ਵਾਲੇ ਦਾ ਕੱਢਦਾ ਰਿਹਾ ਕਿ ਤੇਰੇ ਪਤੇ 'ਤੇ ਚਿੱਠੀ ਉਹਨੇ ਨਹੀਂ ਪਹੁੰਚਾਈ। ਹੁਣ ਜੀਵਨ ਸੁਖਾਲਾ ਹੋ ਗਿਆ ਤੇਰੀ ਕਿਰਪਾ ਦੇ ਨਾਲ, ਤੇਰੀ ਮਿਹਰ ਦੇ ਨਾਲ। ਹੁਣ ਡੁੱਲਣਾ, ਭੁੱਲਣਾ, ਡਿੱਗਣਾ ਸਭ ਕੁਝ ਚਲੇ ਗਿਆ, ਸਥਾਈ ਰੂਪ ਮਿਲ ਗਿਆ ਤੇਰੀ ਕਿਰਪਾ ਦੇ ਨਾਲ। ਪ੍ਰੀਤਮ, ਤੇਰੀ ਮਿਹਰ, ਤੇਰੀ ਗੁਰਪ੍ਰਸਾਦੀ ਕਰਕੇ ਹੀ ਮੇਰਾ ਡਰ ਵੀ ਮੁੱਕ ਗਿਆ। ਮੈਂ ਡਰਦਾ ਸੀ ਕਿਉਂਕਿ ਆਰਜੀ ਸੀ, ਟੈਂਪਰੇਰੀ ਸੀ। ਹੁਣ ਤੈਂ ਆਪਣੀ ਸ਼ਕਤੀ, ਆਪਣਾ ਰੂਪ ਦੇ ਦਿੱਤਾ। ਨਿਰਭਉ ਵੀ ਬਣ ਗਿਆ, ਨਿਰਵੈਰ ਵੀ ਬਣ ਗਿਆ। ਜਿਹੜਾ ਸੋਚਦਾ ਸੀ ਤੇਰੇ ਬਾਰੇ ਪ੍ਰਭੂ ਪਿਆਰੇ, ਉਦੋਂ ਤੂੰ ਬਹੁਤ ਗੁਣੇ ਚੰਗਾ ਨਿਕਲਿਆ। ਤੂੰ ਬੜੀ ਬਾਖੂਬੀ ਦੇ ਨਾਲ ਆਪਣਾ ਪ੍ਰਬੰਧ ਕਰ ਰਿਹਾ। ਆਪਣਾ ਸਕਸੈਸ਼ਨ, ਆਪਣਾ ਇੰਪ੍ਰੈਸ਼ਨ ਦੁਨੀਆ ਨੂੰ ਵੰਡ ਰਿਹਾ। ਮੈਂ ਮੂਰਖ ਭਾਲਦਾ 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 ਹੋਰ ਪਾਸੇ ਟੱਕਰਾਂ ਮਾਰਦਾ ਰਿਹਾ। ਜਦੋਂ ਤੈਂ ਮਿਹਰ ਕੀਤੀ, ਇੱਕ ਛਿਨ ਦੇ ਵਿੱਚ ਇਹ ਜੁਗਤ ਸਮਝ ਦੇ ਵਿੱਚ ਆ ਗਈ ਕਿ ਪ੍ਰੀਤਮ, ਸੰਘਰਸ਼ ਦੇ ਨਾਲ ਤੂੰ ਨਹੀਂ ਪ੍ਰਾਪਤ ਹੁੰਦਾ। ਸਰੀਰ ਨੂੰ ਕਸ਼ਟ ਦੇਣ ਦੇ ਨਾਲ ਵੀ ਤੂੰ ਨਹੀਂ ਮਿਲਦਾ। ਤੂੰ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ, ਜਾਂ ਸਮਰਪਣ ਦੇ ਨਾਲ ਪ੍ਰਾਪਤ ਹੁੰਦਾ ਹੈ। ਤੇਰੀ ਕਿਰਪਾ ਮਹਾਨ ਹੈ। ਤੂੰ ਸਾਰੇ ਸੰਸਾਰ ਦਾ ਧੁਰਾ ਹੈ, ਥੰਮ ਹੈ, ਬੇਸ ਹੈ, ਮੂਲ ਹੈ, ਜੜ ਹੈ, ਰੂਟਸ ਹੈ। ਤੇ ਤੋਂ ਬਿਨਾਂ ਕੁਝ ਵੀ ਨਹੀਂ। ਤੂੰ ਬਰੀਕ ਵੀ ਹੈ, ਤੂੰ ਵਿਰਾਟ ਵੀ ਹੈ, ਤੂੰ ਵੱਡਾ ਵੀ ਹੈ, ਤੂੰ ਛੋਟਾ ਵੀ ਹੈ। ਹਰ ਵੇਲੇ, ਹਰ ਛਿਨ, ਦੂਰ ਵੀ ਹੈ ਤੇ ਨੇੜੇ ਵੀ ਹੈ। ਸੱਚੇ ਪਾਤਸ਼ਾਹ, ਤੇਰੀ ਕਿਰਪਾ, ਤੇਰੀ ਮਿਹਰ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਭੋਲੇ, ਸ਼ਰਾਰਤ ਤੋਂ ਰਹਿਤ, ਚਲਾਕੀ ਤੋਂ ਬਿਨਾਂ ਪ੍ਰਾਣੀਆਂ ਨੂੰ ਤੂੰ ਪ੍ਰਾਪਤ ਹੁੰਦਾ ਹੈ। ਤੇਰੇ ਉੱਤੇ ਉਹ ਡੁੱਲ ਜਾਂਦੇ ਹਨ, ਤੂੰ ਉਹਨਾਂ ਉੱਤੇ ਕੁਰਬਾਨ ਹੋ ਜਾਂਦਾ ਹੈ। ਸੱਚੇ ਪਾਤਸ਼ਾਹ, ਤੇਰੀ ਮਿਹਰ ਦੇ ਨਾਲ ਮੈਨੂੰ ਇਹ ਸਮਝ ਆ ਗਈ ਹੈ, ਇਸ ਤੱਤ ਦਾ ਪਤਾ ਚੱਲ ਗਿਆ ਹੈ ਕਿ ਤੂੰ ਬਖਸ਼ਣਹਾਰ ਹੈ। ਪ੍ਰੀਤਮ, ਇਨਸਾਨ ਗਲਤੀਆਂ ਦਾ ਪੁਤਲਾ ਹੈ। ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਪਰਫੈਕਟ ਹੈ, ਯੋਗ ਹੈ, ਵੱਡਾ ਹੈ, ਛੋਟਾ ਹੈ।
ਸਾਰੀ ਸ੍ਰਿਸ਼ਟੀ ਦੇ ਵਿੱਚ ਤੂੰ ਸਮੋਇਆ ਹੋਇਆ ਹੈ। ਤੂੰ ਹੀ ਮਨ ਨੂੰ ਸ਼ਾਂਤੀ ਦਿੰਦਾ ਹੈ। ਤੂੰ ਹੀ ਤ੍ਰਿਸ਼ਨਾ ਨੂੰ ਚੁੱਕ ਕੇ ਪਰੇ ਸੁੱਟ ਦਿੰਦਾ ਹੈ। ਸਭ ਖੇਡ ਤੇਰੇ ਇਸ਼ਾਰੇ ਉੱਤੇ ਚੱਲ ਰਹੀ ਹੈ। ਤੇਰਾ ਮੁਕਾਬਲਾ ਕਿਸੇ ਦੇ ਨਾਲ ਕੋਈ ਕਰੇ ਨਹੀਂ ਸਕਦਾ। ਤੂੰ ਮਹਾਨ ਹੈ ਦਾਤਾ। ਤੇਰੀ ਕਿਰਪਾ ਅਪਾਰ ਦਾਸ ਨੂੰ ਮਿਲ ਜਾਵੇ। ਜਨ ਨੂੰ ਪ੍ਰਾਪਤ ਹੋ ਜਾਵੇ। ਸਾਧ ਸੰਗ ਰਾਹੀਂ ਉਹ ਭਾਗਾਂ ਵਾਲਾ ਚਿਹਰਾ ਹੈ। ਉਹ ਇਨਸਾਨ ਆਪਣੇ ਜੀਵਨ ਨੂੰ ਵੱਡਮੁੱਲਾ ਪ੍ਰਾਪਤ ਕਰ ਗਿਆ। ਮਿਹਨਤ ਦੇ ਨਾਲ, ਮੁਸ਼ੱਕਤ ਦੇ ਨਾਲ ਉਹ ਭਵਜਲ ਨੂੰ ਤਰ ਗਿਆ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਸੋ ਸੰਤ ਸਹੇਲਾ ਨਹੀਂ ਡੁਲਾਵੇ। The person who remember God, who with his mind and heart remembers Almighty Vaheguru, he the saint is comfortable and wavers not. He becomes solid, no moving and shaking. God give him peace of mind. जिस प्रभ अपना कृपा करे, सो सेवक काहू किसते डरे। सो सेवक कौं किसते डरे। The God is pleased on the servant and showed the mercy, gave him room in his feet. Now the fear from slave's mind is gone. No more fear, no more shyness, no more highness, shyness. Servant found out that master is pleased. Master is smiling. Master is gracing. Only the humbleness, kindness, politeness, no anger at all. So, servant is so pleased, became fearless. जैसा सा तैसा दृष्टाया, अपने कार्ज में आप समाया. As the Lord is, so does he appear into the servant. In his creation, the master himself is contained. Lover always were searching for beloved. When he found the beloved is already in the system, he believed that he was always imaginating. The wonderful thing is, Master is so pleased and contained in his creation. Sodat, sodat, sodat sijya. Searching, searching and searching. Ultimately the mortal succeeds. Gur Prasad Tat Sab Bujya. With God's grace,
he comes to know the whole reality. Search, search, search becomes success now. Everything, the whole mystery is understood. Master give the grace to the servant. Servant found the mystery that there is no stranger. God was already living in his system. That is solved now. Sodat, sodat, sodat sijya. Searching, searching and searching. Ultimately the mortal succeeds. Now God gave him the grace. His hard work, his efforts did not do any good until he gave himself away to his feet. Now with his grace, he adopted the servant, accepted him to serve, and gave him down to the earth feeling. That is the graceness of Lord. That is the mystery understood with the kindness, with the mercy of the Lord. जब देखूं तब सब के शमूल. By Guru's grace, he comes to know the whole reality. When I look, then I understand that God is the root to all the things. Everywhere God is the base, pillar of the system. Nanak so sukham soi astul. Hey Nanak, he himself is the thinnest and permanent and great. Smallest and biggest, largest. He is everywhere. Guru Pyareo, सच्चे पातशाह धन धन गुरु अर्जन देव जी ने बहुत ही प्यारे तरीके दे नाल इंसान नूं भगवान दे नाल जोड़न दे लई बहुत ही प्यारी विधि समझाई है। सारी दी सारी बाणी ईगो नूं नष्ट करन दा तरीका उपराला समझाउंदी है। इंसान दी तृष्णा, इंसान दा हंकार सब तो वड्डी बीमारी है। गुरबाणी इस बीमारी दा इलाज है। गुरु नानक साहब सच्चे पातशाह ने अपना सिद्धांत दुनिया नूं बहुत किरपा करके समझाया है कि पावर शक्ति बड़े होण दे विच नहीं, छोटे तो छोटे होण दे विच ही है। जिवें एक एटम दा किणका जदों मारू बन जाता है ਤਾਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕਿਣਕਾ ਬਣ ਜਾਂਦਾ ਹੈ। ਆਪ ਦੇ ਸੁਭਾਅ ਦੇ ਕਾਰਨ, ਟੁੱਟਣ ਦੇ ਤਰੀਕੇ ਕਾਰਨ, ਕਿਉਂਕਿ ਉਹ ਅੜਿਆ ਨਹੀਂ ਹੈ, ਉਹ ਟੁੱਟ ਗਿਆ ਨਿਮਰਤਾ ਦੇ ਵਿੱਚ। ਇਸ ਤਰ੍ਹਾਂ ਇਨਸਾਨ
ਆਪਣੇ ਹੰਕਾਰ ਦੇ ਨਾਲ, ਆਪਣੀ ਸ਼ੇਖੀ ਦੇ ਨਾਲ ਕੁਝ ਪ੍ਰਾਪਤ ਨਹੀਂ ਕਰ ਸਕਦਾ। ਜੇ ਉਹਨੇ ਆਪਣਾ ਜੀਵਨ ਸਫਲ ਬਣਾਉਣਾ ਹੈ ਤਾਂ ਪ੍ਰਭੂ ਦਾ ਧੰਨਵਾਦ, ਪ੍ਰਭੂ ਦਾ ਸ਼ੁਕਰਾਨਾ ਕਰਕੇ ਹੀ ਬਣਾ ਸਕਦਾ ਹੈ। ਨਹੀਂ ਤਾਂ ਮਟੀਰੀਅਲ ਮਾਇਆ ਉਹਦਾ ਜੀਣਾ ਦੁੱਭਰ ਕਰ ਦੇਵੇਗੀ ਤੇ ਕਦੇ ਵੀ ਉਹਨੂੰ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਉਹ ਆਪਣੀ ਮਿਹਨਤ, ਆਪਣਾ ਸੰਘਰਸ਼ ਆਪਣੀ ਸ਼ੇਖੀ ਦੇ ਵਿੱਚ ਲਿਆ ਕੇ ਪ੍ਰਭੂ ਦੇ ਉੱਤੇ ਅਹਿਸਾਨ ਨਹੀਂ ਕਰ ਸਕਦਾ। ਉਹ ਇਹ ਸ਼ੇਖੀ ਨਹੀਂ ਮਾਰ ਸਕਦਾ ਇਨਸਾਨ ਕਿ ਮੈਂ ਪ੍ਰਭੂ ਨੂੰ ਪਾ ਲਿਆ। ਸਭ ਤੋਂ ਵੱਡੀ ਭੁੱਲ ਇਨਸਾਨ ਦੀ ਆਪਣੇ ਆਪ ਨੂੰ ਵੱਡਾ ਦੱਸਣਾ ਕਿ ਮੈਂ ਪ੍ਰਭੂ ਨੂੰ ਪਾ ਲਿਆ। ਅਵਸ਼ ਹੀ ਉਹਦੀ ਕਿਰਪਾ ਨਾਲ, ਸਤਿਗੁਰ ਦੀ ਮਿਹਰ ਦੇ ਨਾਲ, ਬਖਸ਼ਿਸ਼ ਦੇ ਨਾਲ, ਦਇਆ ਦੇ ਨਾਲ, ਕਿਰਪਾਲਤਾ ਦੇ ਨਾਲ ਸੇਵਕ ਦਾ ਡਰ ਭੈ ਉਹਦੀ ਕਿਰਪਾ ਦੇ ਨਾਲ ਹੀ ਲਹਿੰਦਾ ਹੈ। ਜੈਸਾ ਪਿਓ ਤੈਸਾ ਪੁੱਤਰ, ਉਹ ਨਿਰਭਉ ਹੈ, ਉਹ ਨਿਰਵੈਰ ਹੈ। ਫਿਰ ਪੁੱਤਰ ਕਾਹੇ ਡਰੇ, ਕਾਹੇ ਮਰੇ। ਡਰਨ ਤੇ ਮਰਨ ਦੋਨਾਂ ਤੋਂ ਰਹਿਤ ਕਰਨ ਵਾਲਾ ਦਾਤਾ ਜਦੋਂ ਟੁੱਟ ਗਿਆ ਆਪਣੇ ਪਿਆਰੇ ਤੇ ਤਾਂ ਪਰਦਾ ਚੁੱਕ ਦਿੱਤਾ। ਸ਼ਾਈਨੈਸ ਦਾ, ਹਾਈਨੈਸ ਦਾ, ਉੱਚੇ ਨੀਵੇਂ ਦਾ, ਮਾਸਟਰ ਗੁਲਾਮ ਦਾ, ਦੋਨੇ ਪਾਸੇ ਇੱਕ ਹੀ ਹੋ ਗਿਆ। ਮੈਂ ਤੇ ਤੈਂ ਮੁੱਕ ਗਈ, ਸਭ ਤੇਰਾ ਤੇਰਾ ਨਜ਼ਰ ਆਉਣ ਲੱਗ ਪਿਆ। ਸੇਵਕ ਜਿਸ ਤਰ੍ਹਾਂ ਦਾ ਸੋਚਦਾ ਸੀ ਉਸ ਤੋਂ ਕਈ ਗੁਣਾ ਚੰਗਾ ਨਿਕਲਿਆ ਉਹਦਾ ਪਤੀ ਪਰਮੇਸ਼ਰ। ਹਰ ਇੱਕ ਸਮੇਂ ਆਪਣੀ ਮਹੱਤਤਾ ਦੇ ਨਾਲ ਆਪਣੇ ਕਾਰਜਾਂ ਨੂੰ ਸੋਧਦਾ ਹੋਇਆ ਦਾਤਾ ਸੇਵਕ ਨੂੰ ਨਜ਼ਰ ਆਇਆ। ਐਵੇਂ ਟੱਕਰਾਂ ਮਾਰਦਾ ਫਿਰਦਾ ਸੀ, ਹੋਰ ਪਾਸੇ ਤੁਰਿਆ ਫਿਰਦਾ ਸੀ ਜਨ ਸੇਵਕ। ਜਦੋਂ ਉਹਦੀ ਮਿਹਰ ਪਈ, ਉਹਦੀ ਕਿਰਪਾਲਤਾ ਦੇ ਨਾਲ ਉਹਨੇ ਉਹਨੂੰ ਆਪਣਾ ਬਣਾ ਲਿਆ। ਹੁਣ ਸੇਵਕ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਦੁਸ਼ਮਣ ਵੀ ਮੁੱਕ ਗਏ, ਡਰ ਵੀ ਖਤਮ ਹੋ ਗਿਆ, ਭੈ ਵੀ ਮੁੱਕ ਗਿਆ, ਤ੍ਰਿਸ਼ਨਾ ਵੀ ਕਿਤੇ ਚਲੇ ਗਈ ਤੇ ਸਿਰਫ ਸ਼ਾਂਤੀ ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੋ ਗਈ। ਛੋਟਾ ਮੋਟਾ, ਵੱਡਾ ਛੋਟਾ, ਸਭ ਦਿਲ ਦੇ ਵਿੱਚੋਂ ਨਿਕਲ ਗਿਆ। ਸੋਚ ਇਹ ਮੁੱਕ ਗਈ, ਕਿਉਂਕਿ ਵੱਡਾ ਵੀ ਉਹੀ, ਛੋਟਾ ਵੀ ਉਹੀ। ਪਰਦਾ ਵੀ ਚੁੱਕਿਆ ਗਿਆ, ਸ਼ਰਮ ਹਿਆ ਵੀ ਮੁੱਕ ਗਈ, ਡਰ ਵੀ ਮੁੱਕ ਗਿਆ, ਭੈ ਵੀ ਮੁੱਕ ਗਈ। ਖੁਸ਼ੀ ਤੇ ਗਮੀ ਨਾਲੋਂ ਵੀ ਉੱਚੀ ਅਵਸਥਾ ਹੋ ਗਈ, ਮਹਾ ਆਨੰਦ ਦੀ ਪ੍ਰਾਪਤੀ। ਪ੍ਰਭੂ ਦੀ ਕਿਰਪਾ, ਪ੍ਰਭੂ ਦਾ ਸਿਮਰਨ, ਪ੍ਰਭੂ ਦਾ ਜਪਣਾ, ਪ੍ਰਭੂ ਦਾ ਤਪਣਾ, ਸਾਧਨਾ, ਆਰਾਧਨਾ
ਸਾਰੇ ਦੇ ਸਾਰੇ ਝੰਜਟ ਮੁੱਕ ਗਏ। ਰੂਪ ਜਨ ਸੇਵਕ ਪ੍ਰਭੂ ਦਾ ਬਣ ਗਿਆ। ਬਖਸ਼ਿਸ਼ ਦੇ ਨਾਲ ਭੇਦ ਹੀ ਮੁੱਕ ਗਿਆ। ਡਿਫਰੈਂਸ ਦੂਰ ਹੋ ਗਈ, ਦੂਰੀ ਦੂਰ ਚਲੇ ਗਈ ਤੇ ਘੁਲ ਮਿਲ ਗਿਆ ਗੁਲਾਮ ਮਾਸਟਰ ਦੇ ਨਾਲ। ਮਾਸਟਰ ਨੇ ਉਹਨੂੰ ਪ੍ਰਵਾਨ ਕਰ ਲਿਆ। ਨਿਹਾਲ ਹੋ ਗਿਆ ਸੇਵਕ, ਕਿਉਂਕਿ ਉਹਦਾ ਭੇਦ ਹੈ ਜਿਹੜਾ ਮੁੱਕ ਗਿਆ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।